ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਦੇਖੋ ਜਿਹੜੇ ਗੁਰਮੁਖ ਪ੍ਰਾਣੀ ਗੁਰਬਾਣੀ ਪੜ੍ਹਦੇ ਆ, ਸੋ ਗੁਰਬਾਣੀ ਪੜ੍ਹਨ ਵਾਲੇ ਗੁਰਮੁਖ ਉਹਨਾਂ ਵਿਅਕਤੀਆਂ ਦੇ ਨਾਲੋਂ 1000 ਗੁਣਾ ਬਿਹਤਰ ਆ ਜਿਹੜੇ ਗੁਰਬਾਣੀ ਦਾ ਕਦੀ ਦਰਸ਼ਨ ਹੀ ਨਹੀਂ ਕਰਦੇ, ਗੁਰਬਾਣੀ ਪੜ੍ਹਦੇ ਹੀ ਨਹੀਂ ਹੈ। ਪਰ ਜਿਹੜੇ ਗੁਰਬਾਣੀ ਸੁਣਦੇ ਆ, ਇਹੋ ਜਿਹੇ ਪ੍ਰਾਣੀ ਜਿਹੜੇ ਆ ਉਹ ਗੁਰਬਾਣੀ ਪੜ੍ਹਨ ਨਾਲੋਂ ਵੀ ਬਿਹਤਰ ਆ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਉਹ ਗੁਰਬਾਣੀ ਨੂੰ ਸੁਣਦੇ ਵੀ ਆ। ਪਰ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਸੁਣਦੇ ਆ ਅਤੇ ਨਾਲ ਗੁਰਬਾਣੀ ਦੇ ਅਰਥ ਭਾਵ ਵੀ ਸਮਝਦੇ ਆ, ਸੋ ਇਹੋ ਜਿਹੇ ਪ੍ਰਾਣੀ ਦੋਨਾਂ ਸ਼੍ਰੇਣੀਆਂ ਤੋਂ ਉੱਤਮ ਮੰਨੇ ਜਾਂਦੇ ਆ। ਪਰ ਸਭ ਤੋਂ ਉੱਤਮ ਕੌਣ ਹੈ? ਜਿਹੜੇ ਗੁਰਮੁਖ ਪ੍ਰਾਣੀ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਮਝ ਕੇ ਫਿਰ ਕਮਾਉਂਦੇ ਆ ਆਪਣੇ ਜੀਵਨ ਦੇ ਵਿੱਚ, ਸੋ ਇਹੋ ਜਿਹੇ ਪ੍ਰਾਣੀ ਉੱਤਮ ਗੁਰਸਿੱਖ ਕਹਾਏ ਜਾਂਦੇ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਕਿ ਜਿਨ੍ਹਾਂ ਨੇ ਗੁਰਬਾਣੀ ਸੁਣੀ ਆ, ਸੁਣ ਕੇ ਮੰਨੀ ਆ ਅਤੇ ਮਨ ਕਰਕੇ ਫਿਰ ਪ੍ਰੇਮ ਦੇ ਨਾਲ ਅੰਦਰ ਵਸਾਈ ਆ, ਅਤੇ ਇਹੋ ਜਿਹੇ ਪ੍ਰਾਣੀ ਮਹਾਂਪੁਰਖ ਕਹਿੰਦੇ ਕਿ ਅੰਤਰਗਤ ਤੀਰਥ ਮਲ ਨਹਾਓ। ਉਹਨਾਂ ਨੂੰ ਬਾਹਰ ਨਹਾਉਣ ਦੀ ਲੋੜ ਨਹੀਂ, ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਹੀ ਤੀਰਥ ਬਣ ਜਾਂਦਾ ਹੈਗਾ। ਸੋ ਦੇਖੋ, ਇਹ ਤਾਂ ਹੈ ਜਿਹੜੇ ਗੁਰਮੁਖ ਪ੍ਰਾਣੀ ਗੁਰਬਾਣੀ ਨੂੰ ਪੜ੍ਹਦੇ ਸਮਝਦੇ ਆ। ਪਰ ਇਹਦੇ ਨਾਲ ਇੱਕ ਚੀਜ਼ ਦਾ ਖਿਆਲ ਰੱਖਣਾ ਸਭ ਤੋਂ ਜ਼ਰੂਰੀ ਆ, ਸਭ ਤੋਂ ਜਿਹੜੀ ਸਾਵਧਾਨੀ ਦੀ ਜ਼ਰੂਰਤ ਆ, ਉਹ ਹੈਗੀ ਆ ਗੁਰੂ ਨੂੰ ਧਾਰਨ ਕਰਨਾ। ਸੋ ਦੇਖੋ, ਜਿਹੜਾ ਪ੍ਰਾਣੀ ਜਿਸ ਵੀ ਮਜ਼ਹਬ ਦੇ ਵਿੱਚ ਪਰਮੇਸ਼ਰ ਨੂੰ ਸਿਮਰਦਾ ਹੈਗਾ, ਉਸ ਮਜ਼ਹਬ ਕਾਨੂੰਨ ਦੇ ਅਨੁਸਾਰ, ਮਰਜ਼ਾਦਾ ਦੇ ਅਨੁਸਾਰ ਉਸ ਨੂੰ ਗੁਰੂ ਧਾਰਨਾ ਕਰਨੀ ਬੜੀ ਜ਼ਰੂਰੀ ਆ। ਜਿਵੇਂ ਸਿੱਖ ਧਰਮ ਦੇ ਅੰਦਰ ਅਸੀਂ 5 ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਦੇ ਹਾਂ, ਸੋ ਹਰੇਕ ਗੁਰਸਿੱਖ ਵਾਸਤੇ ਅੰਮ੍ਰਿਤ ਪਾਨ ਕਰਨਾ ਅਤੀ ਜ਼ਰੂਰੀ ਆ। ਕਿਉਂਕਿ ਅੰਮ੍ਰਿਤ ਪਾਨ ਤੋਂ ਬਗੈਰ ਜਿਹੜੇ ਪ੍ਰਾਣੀ ਗੁਰਬਾਣੀ ਪੜ੍ਹਦੇ ਆ, ਪਾਠ ਕਰਦੇ, ਪੂਜਾ ਕਰਦੇ ਆ, ਲੇਕਿਨ ਉਹ ਕੰਮ ਤਾਂ ਬੜਾ ਸ਼ੁਭ ਕਰ ਰਹੇ ਆ, ਪਰ ਸਭ ਕੁਝ ਕਰਦੇ ਹੋਏ ਵੀ ਫਿਰ ਵੀ ਉਹ ਪਰਮੇਸ਼ਰ ਦੀ ਨਜ਼ਰ ਦੇ ਅੰਦਰ ਨਗੂਰੇ ਮੰਨੇ ਜਾਂਦੇ ਆ। ਦੇਖੋ, ਇੱਕ ਵਾਰ ਬਾਬਾ ਬਲਵੰਤ ਸਿੰਘ ਹੋਣਾ ਦੇ ਜੀਵਨ ਦੇ ਵਿੱਚ ਇੱਕ ਬਹੁਤ ਪ੍ਰਸਿੱਧ ਘਟਨਾ ਹੈਗੀ ਆ। ਇਹ ਘਟਨਾ ਬਾਬਾ ਸੰਤ ਸਿੰਘ ਮਸਕੀਨ ਹੋਣਾ ਨੇ ਸਾਂਝੀ ਕੀਤੀ ਸੀ। ਉਹ ਕਹਿੰਦੇ ਸੀ, ਇੱਕ ਵਾਰੀ ਅਸੀਂ ਨਾ ਬਾਬਾ ਬਲਵੰਤ ਸਿੰਘ ਹੋਣਾ ਦੇ ਨਾਲ ਜਾ ਰਹੇ ਸੀ। ਹੁਣ ਬਾਬਾ ਬਲਵੰਤ ਸਿੰਘ ਹੋਣਾ ਦੀ ਜਿਹੜੀ ਗਹਿਰਾਈ ਸੀ ਗੁਰਬਾਣੀ ਦੇ ਅੰਦਰ, ਜਿੱਥੇ ਉਹ ਗੁਰਬਾਣੀ ਪੜ੍ਹਦੇ ਹੁੰਦੇ ਸੀ, ਉੱਥੇ ਗੁਰਬਾਣੀ ਨੂੰ ਵਿਚਾਰਦੇ ਹੁੰਦੇ ਸੀ, ਵਿਚਾਰ ਕੇ ਸਮਝ ਕੇ ਤੇ ਗੁਰਬਾਣੀ ਨੂੰ ਕਮਾਉਂਦੇ ਹੁੰਦੇ ਸੀ। ਅਤੇ ਕਹਿੰਦੇ ਵੀ ਉਹਨਾਂ ਦੇ ਅੰਦਰ ਜਿੰਨੇ ਵੀ ਜਿਹੜੇ ਅਰਥ ਭਾਵ ਗੁਰਬਾਣੀ ਦੇ ਵਿੱਚੋਂ ਨਿਕਲਦੇ ਸੀ, ਇਹ ਉਹਨਾਂ ਦੇ ਅਨੁਭਵੀ ਹੁੰਦੇ ਸੀ। ਸੋ ਇੱਥੋਂ ਤੱਕ ਉਹ ਪਹੁੰਚੇ ਹੋਏ ਸੀ। ਪਰ ਇੱਕ ਵਾਰ ਕਹਿੰਦੇ ਵੀ ਅਸੀਂ ਕਿਤੇ ਜਾ ਰਹੇ ਸੀ, ਰਸਤੇ ਦੇ ਵਿੱਚ ਸਾਨੂੰ ਇੱਕ ਮੁਸਲਮਾਨ ਕੋਈ ਸਾਈਂ ਮਿਲਿਆ ਬੈਠਾ। ਉਸ ਨੇ ਆ ਕੇ ਨਾ ਬਾਬਾ ਬਲਵੰਤ ਸਿੰਘ ਦੇ ਅੱਗੇ ਤਰਲਾ ਕੀਤਾ ਕਿ ਮੈਨੂੰ ਭੁੱਖ ਲੱਗੀ ਹੈ, ਮੈਨੂੰ ਪ੍ਰਸ਼ਾਦਾ ਛਕਾਓ। ਕਹਿੰਦੇ ਬਾਬਾ ਬਲਵੰਤ ਸਿੰਘ ਹੋਣਾ ਨੇ ਉਸ ਨੂੰ 1 ਰੁਪਈਆ ਦਿੱਤਾ ਵੀ ਤੂੰ ਜਾ ਕੇ ਪ੍ਰਸ਼ਾਦਾ ਛਕ ਲੈ। ਉਸ ਪ੍ਰਾਣੀ ਨੇ 50 ਪੈਸੇ ਦਾ ਪ੍ਰਸ਼ਾਦਾ ਉਹਨਾਂ ਟਾਈਮਾਂ 'ਚ ਛਕਿਆ ਅਤੇ 50 ਪੈਸੇ ਬਾਬਾ ਬਲਵੰਤ ਸਿੰਘ ਹੋਣਾ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਅਤੇ ਬਾਬਾ ਜੀ ਨੇ ਕਿਹਾ ਵੀ ਮੈਨੂੰ ਪੈਸੇ ਨਹੀਂ ਚਾਹੀਦੇ, ਤੂੰ ਪ੍ਰਸ਼ਾਦਾ ਵਾਸਤੇ ਪੈਸੇ ਰੱਖ ਲਾ ਅਤੇ ਤੈਨੂੰ ਕੱਲ੍ਹ ਜਦ ਭੁੱਖ ਲੱਗੂ ਤੇਰੇ ਕੰਮ ਆਉਣਗੇ, ਇਸ ਕਰਕੇ ਤੂੰ 50 ਪੈਸੇ ਜਿਹੜੇ ਆ ਇਹ ਵੀ ਜੇਬ 'ਚ ਪਾ ਲਾ। ਖੈਰ ਕਹਿੰਦੇ ਉਹ ਫਕੀਰ ਜਿਹੜਾ ਸੀਗਾ ਚੁੱਪ ਕਰ ਗਿਆ, ਕਹਿਣ ਲੱਗਾ ਜੀ ਨਹੀਂ, ਅੱਜ ਮੇਰੀ ਖਾਣੇ ਦੀ ਪੂਰੀ ਪੂਰਤੀ ਹੋ ਗਈ ਆ, ਮੇਰਾ 50 ਪੈਸੇ ਨਾਲ ਸਰ ਗਿਆ, ਆਹ ਤੁਸੀਂ ਜਿਹੜੇ 50 ਪੈਸੇ ਰੱਖ ਲਓ, ਕਿਉਂਕਿ ਅੱਜ ਅਗਰ ਪਰਮੇਸ਼ਰ ਪ੍ਰਸ਼ਾਦਾ ਦੇ ਸਕਦਾ ਤਾਂ ਕੱਲ੍ਹ ਨੂੰ ਵੀ ਉਹ ਇੰਤਜ਼ਾਮ ਆਪੇ ਹੀ ਕਰੇਗਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਬਾਬਾ ਬਲਵੰਤ ਸਿੰਘ ਨੇ ਇਹ ਪੁੱਛਿਆ ਸੀਗਾ ਕਿ ਕੀ ਤੁਸੀਂ ਗੁਰੂ ਧਾਰਨਾ ਕੀਤੀ ਆ? ਜਦ ਇੰਨੀ ਗੱਲ ਹੋਈ ਤਾਂ ਬਾਬਾ ਬਲਵੰਤ ਸਿੰਘ ਚੁੱਪ ਕਰ ਗਏ। ਅਤੇ ਜਦ ਉਹਨਾਂ ਨੇ 2-3 ਵਾਰੀ ਬਾਬਾ ਬਲਵੰਤ ਸਿੰਘ ਨੂੰ ਉਸ ਮੁਸਲਮਾਨ ਸਾਈਂ ਨੇ ਪੁੱਛਿਆ, ਅਤੇ ਬਾਬਾ ਜੀ ਨੇ ਫਿਰ ਉਸ ਟਾਈਮ ਸਿਰ ਫੇਰ ਦਿੱਤਾ। ਜਦ ਫਿਰ ਸਿਰ ਫੇਰ ਦਿੱਤਾ ਤਾਂ ਫਿਰ ਜਿਹੜਾ ਮੁਸਲਮਾਨ ਸਾਈਂ ਫਕੀਰ ਸੀਗਾ, ਉਹ ਮੋਰੇ ਮਹਾਂਪੁਰਖਾਂ ਦੇ ਚੜ੍ਹ ਬੋਲਿਆ, ਕਹਿਣ ਲੱਗਾ ਵੀ ਮੈਂ ਕਿਸੇ ਨਸ਼ੁਕਰੇ ਆਦਮੀ ਦੇ ਹੱਥੋਂ ਪ੍ਰਸ਼ਾਦਾ ਛਕ ਲਿਆ ਅਤੇ ਮੇਰਾ ਸਾਰਾ ਜਪ ਤਪ ਨਸ਼ਟ ਹੋ ਗਿਆ ਹੈ। ਅਤੇ ਮੈਂ ਤਾਂ ਇਹ ਸਮਝ ਕੇ ਪ੍ਰਸ਼ਾਦਾ ਛਕਿਆ ਸੀ ਕਿ ਤੁਸੀਂ ਗੁਰੂ ਧਾਰਨਾ ਕੀਤੀ ਹੋਈ ਆ, ਕਿਉਂਕਿ ਤੁਹਾਡਾ ਲਿਬਾਸ, ਭੇਸ, ਸਿੱਖੀ, ਪਹਿਰਾਵਾ ਸਾਰਾ ਇੰਝ ਪ੍ਰਤੀਤ ਹੁੰਦਾ ਸੀ। ਪਰ ਮੈਂ ਹੈਰਾਨ ਹਾਂ ਕਿ ਤੁਸੀਂ ਅਜੇ ਤੱਕ ਗੁਰੂ ਧਾਰਨਾ ਨਹੀਂ ਕੀਤੀ। ਅਤੇ ਕਹਿੰਦੇ ਵੀ ਉਹ ਜਿਹੜਾ ਆਦਮੀ ਸੀ 50 ਪੈਸੇ ਸਿੱਟ ਕੇ ਹੀ ਚਲੇ ਗਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਕਹਿੰਦੇ ਵੀ ਉਸ ਤੋਂ ਬਾਅਦ ਬਾਬਾ ਬਲਵੰਤ ਸਿੰਘ ਹੋਣਾ ਨੂੰ ਬੜੀ ਹਾਰਟ ਹੋਇਆ ਸੀ ਇਸ ਗੱਲ ਦਾ, ਅਤੇ ਉਹ ਬਰਾਗ ਦੇ ਵਿੱਚ ਬੜਾ ਰੋਏ ਸੀ। ਉਹਨਾਂ ਨੇ ਉਧਰ ਹੀ ਜਾ ਕੇ ਅੰਮ੍ਰਿਤ ਛਕਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਗੁਰੂ ਤੋਂ ਬਗੈਰ ਗਤ ਨਹੀਂ ਹੈਗੀ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਮਨਮੁਖ ਭਗਤ ਕਰੇ ਵਿਨ ਸਤਿਗੁਰ, ਕਿ ਦੇਖੋ ਜਿਹੜੇ ਭਗਤੀ ਕਰਦੇ ਆ ਬਿਨਾਂ ਸਤਿਗੁਰੂ ਤੋਂ,
ਤੇ ਕਹਿੰਦੇ ਪਰਮੇਸ਼ਰ ਨੇ ਖਿਤਾਬ ਕੀ ਦਿੱਤਾ, ਮਨਮੁਖ ਭਗਤ ਕਰੇ ਵਿਨ ਸਤਗੁਰ। ਤੇ ਅੱਗੇ ਗੁਰਬਾਣੀ ਕਹਿੰਦੀ ਹੈ, ਬਿਨ ਸਤਗੁਰ ਭਗਤ ਨਾ ਹੋਈ ਰਾਮ। ਕਹਿੰਦੇ ਗੁਰੂ ਤੋਂ ਬਗੈਰ, ਗੁਰੂ ਧਾਰਨ ਤੋਂ ਬਗੈਰ ਭਗਤੀ ਹੋ ਹੀ ਨਹੀਂ ਸਕਦੀ। ਹੁਣ ਦੇਖੋ ਇੱਥੇ ਇੱਕ ਪ੍ਰਸ਼ਨ ਸ਼ੁਰੂ ਹੋ ਜਾਂਦਾ। ਉਹ ਪ੍ਰਸ਼ਨ ਇਹ ਹੈਗਾ ਕਿ ਜਿਹੜੇ ਹਜੇ ਗੁਰੂ ਧਾਰਨਾ ਜਿਨ੍ਹਾਂ ਨੇ ਨਹੀਂ ਕੀਤੀ, ਲੇਕਿਨ ਉਹ ਗੁਰਦੁਆਰੇ ਸਾਹਿਬ ਵੀ ਜਾਂਦੇ ਆ, ਸੇਵਾ ਵੀ ਕਰਦੇ ਆ, ਪਾਠ ਵੀ ਸੁਣਦੇ ਆ, ਕੀਰਤਨ ਸਰਵਣ ਵੀ ਕਰਦੇ ਆ, ਔਰ ਗੁਰਬਾਣੀ ਵੀ ਪੜ੍ਹਦੇ ਆ, ਸਾਰੇ ਧਰਮ ਦੇ ਕਾਰਜ ਕਰਦੇ ਆ, ਕਿ ਉਹਨਾਂ ਦੇ ਜਿੰਨੇ ਵੀ ਧਰਮ ਦੇ ਕੀਤੇ ਕਾਰਜ ਹੈਗੇ ਆ, ਬਿਨਾਂ ਗੁਰੂ ਧਾਰਨ ਤੋਂ ਇਹਨਾਂ ਦਾ ਕੋਈ ਮਤਲਬ ਰਹਿ ਜਾਂਦਾ ਹੈਗਾ। ਪਰ ਹਾਂ, ਆਓ ਆਪਾਂ ਗੁਰਬਾਣੀ ਦੀ ਨਜ਼ਰ ਦੇ ਵਿੱਚ ਅਗਰ ਦੇਖੀਏ ਤਾਂ ਸਾਨੂੰ ਗੁਰਬਾਣੀ ਇਹ ਆਖਦੀ ਆ ਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਕਿ ਕਲਯੁਗ ਦੇ ਵਿੱਚ ਅਗਰ ਕੋਈ ਵੱਡਾ ਪੁੰਨ ਕਮਾ ਸਕਦਾ ਤਾਂ ਉਹ ਪੁੰਨ ਹੈਗਾ ਪਰਮੇਸ਼ਰ ਦੇ ਗੁਣ ਗਾਉਣੇ। ਹੁਣ ਜਿਹੜੇ ਪ੍ਰਾਣੀ ਬਿਨਾਂ ਗੁਰੂ ਧਾਰਨ ਤੋਂ ਪਰਮੇਸ਼ਰ ਦੇ ਗੁਣ ਗਾਉਂਦੇ ਆ, ਅਸਲ ਦੇ ਵਿੱਚ ਉਹਨਾਂ ਦੇ ਪੁੰਨ ਵੱਧ ਜਾਂਦੇ ਆ। ਇਹ ਜਿਹੜੇ ਪੁੰਨ ਇੰਨੇ ਵੱਧ ਜਾਂਦੇ ਆ ਕਿ ਜਿਵੇਂ ਤਪੋ ਰਾਜ ਹੈ, ਤੇ ਉਹਨਾਂ ਨੂੰ ਇਹ ਪੁੰਨ ਵਧਣ ਕਰਕੇ ਫਿਰ ਰਾਜ ਭਾਗਤ ਪ੍ਰਾਪਤ ਹੋ ਜਾਂਦੇ। ਭਾਵ ਕੀ ਆ, ਸੁੱਖ ਸਹੂਲਤਾਂ ਮਿਲ ਜਾਂਦੀਆਂ, ਤੇ ਸੁੱਖ ਸਹੂਲਤਾਂ ਮਿਲਣ ਦੇ ਨਾਲ ਪ੍ਰਾਣੀ ਜਿਹੜੇ ਇਹਨਾਂ ਦੇ ਵਿੱਚ ਹੀ ਮਸਤ ਹੋ ਜਾਂਦੇ ਆ। ਪਰ ਅਸਲ ਦੇ ਵਿੱਚ ਆਪਣੀ ਜਿਹੜੀ ਮੰਜ਼ਿਲ ਹੈਗੀ ਆ, ਉਸ ਤੋਂ ਇਹੋ ਜਿਹੜੇ ਗੁਰਮੁਖ ਪ੍ਰਾਣੀ ਹੁੰਦੇ ਆ ਉਹ ਭਟਕ ਜਾਂਦੇ ਆ। ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਸੁੱਖ ਸਹੂਲਤਾਂ ਤਾਂ ਮਿਲ ਜਾਂਦੀਆਂ ਹੈ, ਲੇਕਿਨ ਗਤੀ ਨਹੀਂ ਹੋ ਸਕਦੀ। ਕਿਉਂ? ਗੁਰਬਾਣੀ ਨੇ ਆਖਿਆ, ਪੂਰੇ ਗੁਰ ਬਿਨ ਮੁਕਤ ਨਾ ਹੋਏ। ਪੂਰੇ ਗੁਰੂ ਤੋਂ ਬਗੈਰ ਮੁਕਤੀ ਨਹੀਂ ਹੁੰਦੀ, ਭਵ ਸਾਗਰ ਤੋਂ ਆਦਮੀ ਤਰ ਨਹੀਂ ਸਕਦਾ ਹੈ। ਇਸ ਕਰਕੇ ਗੁਰਸਿੱਖ ਲਈ ਅੰਮ੍ਰਿਤ ਛਕਣਾ ਅਤਿ ਜ਼ਰੂਰੀ ਆ। ਕਿਉਂ? ਬਿਨਾਂ ਅੰਮ੍ਰਿਤ ਛਕਣ ਤੋਂ ਬਗੈਰ ਗੁਰੂ ਦੀ ਮੋਹਰ ਨਹੀਂ ਲੱਗਦੀ ਹੈ। ਦੇਖੋ, ਇੱਕ ਆਦਮੀ ਬਹੁਤ ਪੜ੍ਹਿਆ ਲਿਖਿਆ ਹੈਗਾ, ਉਹ ਪੜ੍ਹਿਆ ਲਿਖਿਆ ਇੰਨਾ ਹੈਗਾ ਕਿ ਉਸ ਨੇ ਅਗਰ ਕੋਈ ਡਿਗਰੀ ਵੀ ਹਾਸਲ ਕੀਤੀ ਆ, ਲੇਕਿਨ ਜੇ ਇਸ ਡਿਗਰੀ ਦੇ ਉੱਤੇ ਮੋਹਰ ਨਾ ਲੱਗੀ ਹੋਵੇ, ਉਹ ਡਿਗਰੀ ਵੀ ਜਾਲੀ ਡਿਗਰੀ ਮੰਨੀ ਜਾਂਦੀ ਆ। ਇਸ ਕਰਕੇ ਗੁਰੂ ਧਾਰਨਾ ਇਹ ਪਰਮੇਸ਼ਰ ਦੀ ਮੋਹਰ ਹੈਗੀ ਆ। ਇਸ ਦਾ ਭਾਵ ਇਹ ਆ ਕਿ ਇਹ ਜਿਹੜਾ ਗੁਰਸਿੱਖ ਪ੍ਰਾਣੀ ਹੈਗਾ, ਇਹ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਪ੍ਰਵਾਨ ਮੰਨਿਆ ਜਾਂਦਾ ਹੈਗਾ। ਲੇਕਿਨ ਅਗਰ ਉਹ ਬਿਨਾਂ ਗੁਰੂ ਧਾਰਨ ਤੋਂ ਭਜਨ ਕਰੇ, ਸੇਵਾ ਕਰੇ, ਬੰਦਗੀ ਕਰੇ, ਤਾਂ ਫਿਰ ਉਹਦੇ ਪੁੰਨ ਵੱਧ ਜਾਂਦੇ ਆ। ਪੁੰਨ ਵਧਣ ਦੇ ਨਾਲ ਉਹਦੀ ਫਿਰ ਆਵਾਗਮਨ ਤੋਂ ਮੁਕਤੀ ਨਹੀਂ ਹੁੰਦੀ ਹੈ। ਹਾਂ, ਪੁੰਨ ਵਧਣ ਨਾਲ ਉਹਦੀਆਂ ਸੁੱਖ ਸਹੂਲਤਾਂ ਵੱਧ ਜਾਂਦੀਆਂ ਹੈ। ਸੋ ਇਹੋ ਜਿਹੇ ਪ੍ਰਾਣੀ ਜਿਹੜੇ ਗੁਰੂ ਧਾਰਨ ਤੋਂ ਬਗੈਰ ਸੇਵਾ ਕਰਦੇ ਆ, ਉਹ ਟੇਢੀਆਂ ਜੂਨਾਂ ਵਿੱਚ ਵੀ ਜਾ ਸਕਦੇ ਆ, ਤੇ 84 ਲੱਖ ਜੂਨਾਂ ਦੇ ਚੱਕਰ ਦੇ ਵਿੱਚ ਵੀ, ਕਿਉਂਕਿ ਜਿਹੋ ਜਿਹੀ ਕੋਈ ਵਾਸ਼ਨਾ ਹੋਵੇ ਉਹਨਾਂ ਦੀ, ਉਸੇ ਵਾਸ਼ਨਾ ਦੇ ਤਹਿਤ ਉਹਨਾਂ ਨੂੰ ਜੋਨ ਮਿਲ ਜਾਂਦੀ ਆ। ਇਸੇ ਕਰਕੇ ਗੁਰਬਾਣੀ ਨੇ ਸਾਨੂੰ ਆਖਿਆ ਹੈ ਕਿ ਇਹ ਜਿਹੜਾ ਮਨੁੱਖਾ ਪ੍ਰਾਣੀ ਆ, ਵਾਸ਼ਨਾ ਬੱਧਾ ਆਵੇ ਜਾਵੇ। ਇਹ ਵਾਸ਼ਨਾ ਨੂੰ ਬੰਨ੍ਹ ਦਿੰਦੀ ਆ। ਵਾਸ਼ਨਾ ਦੇ ਨਾਲ ਇਹ ਫਿਰ 84 ਲੱਖ ਜੂਨਾਂ ਦੇ ਵਿੱਚ ਭਟਕਦਾ ਹੈਗਾ। ਸੋ ਜਿਵੇਂ ਮਹਾਂਪੁਰਖ ਇੱਕ ਬੜਾ ਸੁੰਦਰ ਪ੍ਰਮਾਣ ਦਿੰਦੇ ਸੀ, ਉਹਦੇ ਵਿੱਚ ਆਖਦੇ ਸੀ, ਦੇਖੋ 2 ਕੂਕਰ ਹੈਗੇ ਆ। ਇੱਕ ਕੂਕਰ ਜਿਹੜਾ ਹੈਗਾ ਨਾ, ਉਹ ਅਵਾਰਾ ਹੈਗਾ। ਜਿਹੜਾ ਅਵਾਰਾ ਕੂਕਰ ਆ, ਉਹਨੂੰ ਕੋਈ ਨਹੀਂ ਪੁੱਛਦਾ। ਉਹ ਦਰ 'ਤੇ ਜਾ ਕੇ ਟੁੱਕਰ ਦਰਵਾਜ਼ਿਆਂ 'ਤੇ ਮੰਗਦਾ ਹੈਗਾ, ਬੈਠਾ ਰਹਿੰਦਾ ਹੈਗਾ, ਲੇਕਿਨ ਉਹਦੀ ਕੋਈ ਪੁੱਛ-ਗਿੱਛ ਨਹੀਂ ਹੈ। ਪਰ ਦੂਸਰਾ ਕੂਕਰ ਐਸਾ ਹੈਗਾ, ਜਿਹੜਾ ਕੂਕਰ ਸ਼ਾਹੂਕਾਰਾਂ ਦੇ ਘਰਾਂ ਦੇ ਵਿੱਚ ਹੁੰਦਾ, ਗੱਦਿਆਂ 'ਤੇ ਗਧੇਲਿਆਂ 'ਤੇ ਸੌਂਦਾ, ਤੇ ਸੁੰਦਰ ਖੁਰਾਕਾਂ ਜਿਹੜੀਆਂ ਉਹ ਆਪਣੇ ਮਾਲਕ ਤੋਂ ਖਾਂਦਾ ਹੈਗਾ। ਸੋ ਇਹੋ ਜਿਹੜੇ ਕੂਕਰ ਹੈਗੇ ਆ, ਉਹ ਜਿਹੜੇ ਅਵਾਰਾ ਕੂਕਰ ਹੈਗੇ, ਉਹਨਾਂ ਦੇ ਨਾਲੋਂ ਕੋਈ 1000 ਗੁਣਾ ਵਧੀਆ ਮੰਨੇ ਜਾਂਦੇ ਆ। ਕਾਰਨ ਕੀ ਆ? ਜੂਨ ਤਾਂ ਕੂਕਰ ਦੀ ਆ, ਪਰ ਜਿਹੜੇ ਗਧੇਲਿਆਂ ਦੇ ਉੱਤੇ ਕੂਕਰ ਸੁਣਦੇ ਆ, ਉਹਨਾਂ ਨੇ ਸਮਾਂ ਪਾ ਕੇ ਬਿਨਾਂ ਗੁਰੂ ਧਾਰਨ ਤੋਂ ਤਪੱਸਿਆ ਕੀਤੀ ਹੁੰਦੀ, ਸੇਵਾ ਕੀਤੀ ਹੁੰਦੀ ਆ, ਕੁਛ ਨਾਮ ਵੀ ਜਪਿਆ ਹੁੰਦਾ, ਤੇ ਉਹਨਾਂ ਦਾ ਪੁੰਨ ਵੱਧ ਜਾਂਦਾ। ਪੁੰਨ ਵਧਣ ਦੇ ਕਰਕੇ ਉਹਨਾਂ ਨੂੰ ਜਿਸ ਜੂਨ ਦੇ ਵਿੱਚ ਵੀ ਜਾਣ, ਉਹਦੇ ਵਿੱਚ ਉਹਨਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਹੋ ਜਾਂਦੀਆਂ ਹੈ, ਪਰ ਉਹਨਾਂ ਦੀ ਗਤੀ ਨਹੀਂ ਹੋ ਸਕਦੀ ਹੈ। ਜਿਵੇਂ ਦਾਸ ਦੇ ਇੱਕ ਮਿੱਤਰ ਸੀ, ਉਹ ਦੱਸਦੇ ਸੀ ਕਿ ਉਹਨਾਂ ਦੇ ਪਾਸ 2 ਬਲਦ ਸੀਗੇ। ਜਿਹੜੇ ਬਲਦ ਇੰਨੇ ਸੋਹਣੇ ਸੀਗੇ ਕਿ ਤਕਰੀਬਨ 9-9.5 ਫੁੱਟ ਤਾਂ ਲੰਬੀ ਜਿਹੜੀ ਸੀ ਉਹਨਾਂ ਦੀ ਲੰਬਾਈ ਸੀ। ਤੇ ਜਿਹੜਾ ਕੋਈ ਆਦਮੀ ਕਹਿੰਦੇ ਵੀ ਮੇਰੇ ਜਿਹੜੇ ਬਲਦ ਸੀ ਉਹਨਾਂ ਦੇ ਕੋਲੋਂ ਦੀ ਲੰਘਦਾ ਹੁੰਦਾ ਸੀ, ਤਾਂ ਬਲਦਾਂ ਨੂੰ ਦੇਖਦੇ ਸਾਰੀ ਕਹਿੰਦੇ ਉਹ ਰੁਕ ਜਾਂਦਾ ਹੁੰਦਾ ਸੀਗਾ। ਇੰਨੇ ਸੁੰਦਰ ਔਰ ਜਵਾਨ ਜਿਹੜੇ ਬਲਦ ਸੀਗੇ। ਇੱਕ ਵਾਰ ਉਹ ਗੁਰਸਿੱਖ ਦੱਸਦੇ ਆ ਕਿ ਇੱਕ ਵਾਰ ਕੋਈ ਸਾਧੂ ਮਹਾਤਮਾ ਜਿਹੜੇ ਸੀਗੇ, ਉਹ ਕਿਤੇ ਮੇਰੇ ਖੇਤਾਂ ਦੇ ਵਿੱਚ ਇੱਕ ਟਾਹਲੀ ਸੀ, ਉਹਦੇ ਵਿੱਚ ਬੈਠੇ ਜਦ ਆਰਾਮ ਕਰਨ ਵਾਸਤੇ ਰੁਕੇ। ਕਹਿੰਦੇ ਮੈਂ ਅਚਨਚੇਤ ਖੇਤਾਂ 'ਚ ਗਿਆ, ਮੈਂ ਦੇਖਿਆ ਕੋਈ ਮਹਾਤਮਾ ਬੈਠੇ ਆ। ਕਹਿੰਦੇ ਮੈਂ ਜਾ ਕੇ ਨਮਸਕਾਰ ਕੀਤੀ, ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਵਾਸਤੇ ਖਾਣ ਵਾਸਤੇ ਮੈਂ ਕੋਈ ਚਾਹ ਪਾਣੀ ਜਾਂ ਲੱਸੀ ਦਾ ਬੰਦੋਬਸਤ ਕਰਦਾ ਹਾਂ। ਪਰ ਕਹਿੰਦੇ ਪਹਿਲਾਂ ਮਹਾਤਮਾ ਨੇ ਨਾ ਕੀਤੀ, ਪਰ ਫਿਰ ਵੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਖੇਤਾਂ 'ਚ ਚਰਨ ਪਾਇਆ, ਕੁਛ ਨਾ ਕੁਛ ਜ਼ਰੂਰ ਛਕੋ। ਫਿਰ ਕਹਿੰਦੇ ਮੈਂ ਘਰੋਂ ਵਧੀਆ ਚਾਹ ਬਣਾ ਕੇ ਜਿਹੜੀ ਉਹ ਲੈ ਕੇ ਆਇਆ, ਅਤੇ ਕਹਿੰਦੇ ਮੈਂ ਮਹਾਤਮਾ ਨੂੰ ਛਕਾਈ। ਜਦ ਕਹਿੰਦੇ ਮਹਾਤਮਾ ਨੇ ਚਾਹ ਛਕੀ, ਤਾਂ ਕਹਿੰਦੇ ਫਿਰ ਚਾਹ ਛਕਣ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੇ ਮੇਰੇ ਬਲਦਾਂ ਵੱਲ ਨਿਗਾਹ ਮਾਰੀ। ਬਲਦਾਂ ਵੱਲ ਨਿਗਾਹ ਮਾਰ ਕੇ ਮੈਨੂੰ ਕਹਿਣ ਲੱਗੇ ਵੀ ਸੱਜਣਾ, ਆ ਜਿਹੜੇ ਤੇਰੇ ਬਲਦ ਆ ਨਾ,
ਇਹ ਕਿਸੇ ਜਨਮ ਦੇ ਵਿੱਚ ਬੜੀ ਇਹਨਾਂ ਨੂੰ ਭਗਤੀ ਕੀਤੀ ਆ, ਤਪੱਸਿਆ ਕੀਤੀ ਆ। ਵੈਸੇ ਇਹ ਭਗਤ ਲੋਕੀ ਹੈ, ਪਰ ਤੇਰੇ ਵਾਲਦਾਂ ਨੇ ਗੁਰੂ ਧਾਰਨ ਨਹੀਂ ਕੀਤਾ ਹੈਗਾ, ਲੇਕਿਨ ਵਾਸ਼ਨਾ ਦੇ ਕਾਰਨ ਇਹ 84 ਲੱਖ ਜੂਨਾਂ ਦੇ ਚੱਕਰ 'ਚ ਫਸ ਗਏ ਆ। ਇਸ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਵਾਲਦਾਂ ਨੂੰ ਪਰਮੇਸ਼ਰ ਨੇ ਬੜਾ ਸੁੰਦਰ ਰੂਪ ਦਿੱਤਾ, ਬਹੁਤ ਵਧੀਆ ਦਿੱਤਾ, ਪਰ ਤੂੰ ਇੱਕ ਨੇਕ ਨੀਅਤ ਇਹਨਾਂ ਬਲਦਾਂ ਦੇ ਉੱਤੇ ਕਰੀ। ਉਹ ਇਹ ਆ ਕਿ ਤੂੰ ਇਹ ਬਲਦਾਂ ਨਾ ਕਦੀ ਵੇਚੀ ਨਾ, ਚਾਹੇ ਲੋਕੀ ਜਿਹੜੇ ਆ ਤੈਨੂੰ ਕਿੰਨਾ ਵੀ ਪੈਸਾ ਦੇਣ। ਇਹ ਬਲਦ ਜਿਹੜੇ ਆ ਕਿਸੇ ਜਨਮ ਦੇ ਵਿੱਚ ਬੜੇ ਤਪੱਸਵੀ ਭਗਤ ਹੋਏ ਆ, ਇਸ ਕਰਕੇ ਤੂੰ ਇਹਨਾਂ ਦੀ ਸੇਵਾ ਕਰੀ ਅਤੇ ਇਹ ਤੈਨੂੰ ਸਵੱਬ ਦੇ ਨਾਲ ਤੇਰੇ ਇਸ ਜੀਵਨ ਦੇ ਵਿੱਚ ਤੇਰਾ ਕੋਈ ਪਿਛਲਾ ਲੇਖਾ ਜੋਖਾ ਹੈਗਾ ਉਹ ਦੇਣ ਆਇਆ। ਫਿਰ ਉਹ ਸੱਜਣ ਦੱਸਦਾ ਸੀਗਾ ਕਿ ਮੈਂ ਉਹਨਾਂ ਨੂੰ ਕਹਿਤਾ ਜੀ ਠੀਕ ਆ, ਮੈਂ ਬਲਦ ਜ਼ਿੰਦਗੀ 'ਚ ਕਦੀ ਨਹੀਂ ਵੇਚੂੰਗਾ, ਚਾਹੇ ਮੈਨੂੰ ਕੋਈ ਜਿੰਨਾ ਮਰਜ਼ੀ ਪੈਸਾ ਦੇਵੇ। ਕਹਿੰਦੇ ਫਿਰ ਮਹਾਤਮਾ ਜਿਹੜੇ ਸੀ ਫਿਰ ਖੁਸ਼ ਹੋ ਗਏ, ਉੱਥੋਂ ਚਲੇ ਗਏ। ਉੱਥੋਂ ਕਹਿੰਦੇ ਦੂਸਰੇ ਦਿਨ ਬਾਅਦ ਜਦ ਵਪਾਰੀ ਆਏ ਕੋਈ, ਕਹਿੰਦੇ ਵੀ ਮੈਂ ਬੈਠਾ ਸੀ, ਉਹਨਾਂ ਨੇ ਮੇਰੇ ਜਦ ਬਲਦਾਂ ਵੱਲ ਦੇਖਿਆ, ਉਹਨਾਂ ਨੇ ਮੈਨੂੰ ਆਖਿਆ ਕਿ ਤੂੰ ਬਲਦ ਦੇਣੇ ਆ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਬਲਦ ਨਹੀਂ ਦੇਣੇ ਹੈ, ਪਰ ਕਹਿੰਦੇ ਵੀ ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੈਨੂੰ ਜਿੰਨੇ ਸਾਡੇ ਤੋਂ ਵੱਧ ਹੋ ਸਕਿਆ ਤੈਨੂੰ ਪੈਸੇ ਦੇਵਾਂਗੇ। ਉਹਨਾਂ ਹੀ ਵਪਾਰੀਆਂ ਨੇ ਕਹਿੰਦੇ ਬਲਦਾਂ ਦੀ ਕੀਮਤ ਲਾਈ ਅਤੇ ਇੱਕ ਬਲਦ ਦੀ ਕੀਮਤ ਉਹਨਾਂ ਨੇ ਫਿਰ ਉਹਨਾਂ ਟਾਈਮਾਂ ਦੇ ਵਿੱਚ 15,000 ਰੁਪਈਆ ਲਾਤੀ। ਕਹਿੰਦੇ 15,000 ਰੁਪਈਆ ਲਾਤੀ, ਪਰ ਕਹਿੰਦੇ ਮੈਂ ਜਿਹੜਾ ਸਿਰ ਫਿਰ ਦਿੱਤਾ ਵੀ ਨਹੀਂ। 15 ਤੋਂ ਕਹਿੰਦੇ ਫਿਰ ਉਹਨਾਂ ਨੇ 5 ਹੋਰ ਵਧਾਤਾ 20। ਫਿਰ ਕਹਿੰਦੇ ਮੈਂ ਸਿਰ ਫਿਰਦਾ ਬਈ ਮੈਂ ਨਹੀਂ ਲੈਣੀ ਰਕਮ। ਇਹ ਕਰਦੇ ਕਹਿੰਦੇ ਵੀ ਰਕਮ ਐਸੀ ਵਧੀ ਸੀ ਕਿ ਇੱਕ ਬਲਦ ਦੀ ਕੀਮਤ ਤਕਰੀਬਨ 1,20,000 ਰੁਪਈਆ ਕਹਿੰਦੇ ਪੈ ਗਈ ਸੀ। ਦੇਖੋ 15,000 ਤੋਂ ਬੋਲੀ ਸ਼ੁਰੂ ਕੀਤੀ ਉਹਨਾਂ ਵਪਾਰੀਆਂ ਨੇ, ਇੱਕ ਬਲਦ ਦੀ ਕੀਮਤ ਅਤੇ 1,20,000 ਰੁਪਈਆ ਉਹਨਾਂ ਟਾਈਮਾਂ 'ਚ ਪਈ, ਅਤੇ ਦੋਨਾਂ ਬਲਦਾਂ ਦੀ ਕੀਮਤ ਦੇਖੋ 2,40,000 ਰੁਪਈਆ ਕਹਿੰਦੇ ਦੇਣ ਨੂੰ ਤਿਆਰ ਹੋ ਗਏ। ਪਰ ਕਹਿੰਦੇ ਉਹਦੇ ਮਹਾਤਮਾ ਇੱਕ ਦਿਨ ਪਹਿਲਾਂ ਆਏ ਸੀ ਜਿਨ੍ਹਾਂ ਨੂੰ ਅਸੀਂ ਚਾਹ ਪਾਣੀ ਛਕਾਇਆ ਸੀਗਾ। ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਤੂੰ ਇਹ ਬਲਦ ਨਾ ਵੇਚੀ, ਚਾਹੇ ਤੈਨੂੰ ਲੋਕੀ ਬਹੁਤ ਪੈਸੇ ਵੀ ਦੇਣ। ਖੈਰ ਕਹਿੰਦੇ ਵੀ ਮੈਂ ਬਲਦ ਨਹੀਂ ਦਿੱਤੇ। ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਮੈਂ ਬਲਦ ਨਹੀਂ ਦੇਣੇ ਹੈ, ਜਦ ਕਹਿੰਦੇ ਵੀ ਉਹਨਾਂ ਨੂੰ ਮੈਂ ਇਹ ਗੱਲ ਜਿਹੜੀ ਦੱਸੀ ਸੀਗੀ। ਫਿਰ ਕਹਿੰਦੇ ਉਹ ਵਪਾਰੀ ਮੈਨੂੰ ਕਹਿਣ ਲੱਗੇ ਵੀ ਇੰਨੀ ਵੱਡੀ ਰਕਮ ਅਸੀਂ ਤੈਨੂੰ ਦੇਣ ਨੂੰ ਤਿਆਰ ਹਾਂ, ਤੂੰ ਦੱਸ ਵੇਚਦਾ ਕਾਹਤੇ ਨੇ। ਕਹਿੰਦੇ ਮੈਂ ਕਿਹਾ ਵੀ ਬਸ ਮੈਂ ਇਹ ਵੇਚਣੇ ਹੀ ਨਹੀਂ, ਬਸ ਚਾਹੇ ਤੂੰ ਮੈਨੂੰ 1,20,000 ਕੀ ਚਾਹੇ ਕਰੋੜ ਰੁਪਈਆ ਵੀ ਦੇਵੇ ਇੱਕ ਬਲਦ ਦਾ, ਮੈਂ ਇਹ ਬਲਦ ਨਹੀਂ ਵੇਚਣੇ ਹੈ। ਉਸ ਤੋਂ ਬਾਅਦ ਕਹਿੰਦੇ ਫਿਰ ਉਹ ਜਿਹੜੇ ਵਪਾਰੀ ਸੀ ਚਲੇ ਗਏ। ਫਿਰ ਕਹਿੰਦੇ ਉਹ ਬਲਦ ਜਿਹੜੇ ਸੀ ਮੇਰੇ ਪਾਸ ਤਕਰੀਬਨ ਆਪਣੀ ਪੂਰੀ ਜ਼ਿੰਦਗੀ ਵਿੱਚ ਰਹੇ ਆ, ਅਤੇ ਜਿਸ ਦਿਨ ਕਹਿੰਦੇ ਉਹ ਬਲਦਾਂ ਨੇ ਆਪਣਾ ਸਰੀਰ ਛੱਡਿਆ, ਉਹ ਸਰੀਰ ਛੱਡਣ 'ਤੇ ਫਿਰ ਕਹਿੰਦੇ ਇੱਕ ਮਹਾਤਮਾ ਆਏ ਸੀ, ਉਹਨਾਂ ਨੇ ਕਿਹਾ ਸੀਗਾ ਕਿ ਤੂੰ ਕੁਛ ਦਾਨ ਕਰ ਦੇ, ਦਾਨ ਕਰਨ ਤੋਂ ਬਾਅਦ ਹੀ ਇਹ ਜਿਹੜੇ ਤੇਰੇ ਬਲਦ ਦਾ ਸਰੀਰ ਛੱਡਣਗੇ। ਕਹਿੰਦੇ ਫਿਰ ਮੈਂ ਜਿਹੜੇ ਸੀਗੇ ਕੁਛ ਦਾਣੇ ਲੈ ਕੇ ਕਣਕ ਦੇ, ਕਹਿੰਦੇ ਫਿਰ ਕੁਛ ਦਾਨ ਕੀਤੇ, ਗਰੀਬ ਘਰਾਂ 'ਚ ਦਿੱਤੇ। ਫਿਰ ਕਹਿੰਦੇ ਉਹ ਜਿਹੜੇ ਦੋਨੇ ਬਲਦ ਸੀਗੇ ਕਹਿੰਦੇ ਆਪਣੇ ਸਮੇਂ ਦੇ ਵਿੱਚ ਉਹ ਆਪਣਾ ਸਰੀਰ ਛੱਡ ਗਏ ਸੀ। ਉਸ ਤੋਂ ਬਾਅਦ ਫਿਰ ਉਹ ਸੱਜਣ ਦੱਸਦੇ ਸੀ ਕਿ ਮੈਂ ਇਹਨਾਂ ਦੋਨਾਂ ਬਲਦਾਂ ਦੇ ਸਹਿਜ ਪਾਠ ਘਰ 'ਚ ਰਖਾਏ ਸੀ ਤਾਂ ਭੋਗ ਪਵਾਏ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਬਿਨਾਂ ਗੁਰੂ ਤੋਂ ਜਿਹੜੇ ਪ੍ਰਾਣੀ ਸੇਵਾ ਕਰਦੇ ਆ ਉਹ ਕਿਸੇ ਵੀ ਜੋਨੀ 'ਚ ਚਲੇ ਜਾਂਦੇ ਆ, ਚਾਹੇ ਉਹ ਜੋਨੀ ਕੋਈ ਵੀ ਹੋਵੇ, ਲੇਕਿਨ ਉਹਨਾਂ ਦਾ ਸਤਿਕਾਰ, ਉਹਨਾਂ ਦਾ ਇੱਜ਼ਤ ਮਾਣ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈਗਾ। ਕਿਉਂ? ਉਹਨਾਂ ਦਾ ਤਪ ਤੇਜ਼ ਹੁੰਦਾ ਹੈਗਾ, ਉਹਨਾਂ ਦੇ ਪੁੰਨ ਵਧੇ ਹੁੰਦੇ ਆ, ਲੇਕਿਨ ਉਹਨਾਂ ਦੀ ਗਤੀ ਨਹੀਂ ਹੁੰਦੀ। ਪਰ ਜਿਵੇਂ ਦਾਸ ਨੇ ਕਿਹਾ ਕਿ ਇਹਨਾਂ ਦੋਨਾਂ ਬਲਦਾਂ ਦੇ ਜਦ ਉਹ ਆਪਣਾ ਸਰੀਰ ਛੱਡ ਗਏ ਸੀ ਬਲਦ, ਫਿਰ ਕਹਿੰਦੇ ਦੋਨਾਂ ਦਾ ਇਕੱਲੇ ਦਾ ਸਹਿਜ ਪਾਠ ਘਰ 'ਚ ਰਖਾਇਆ ਸੀਗਾ ਅਤੇ ਅਸੀਂ ਭੋਗ ਪਵਾਇਆ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਗੁਰੂ ਧਾਰਨਾ ਬੜੀ ਜ਼ਰੂਰੀ ਆ। ਗੁਰੂ ਧਾਰਨਾ ਤੋਂ ਬਗੈਰ ਕਿਤੇ ਵੀ ਢੋਈ ਨਹੀਂ ਮਿਲਦੀ ਹੈ। ਚਾਹੇ ਤੁਸੀਂ ਜਿੰਨਾ ਮਰਜ਼ੀ ਜਪ ਤਪ ਕਰ ਲਓ, ਚਾਹੇ ਪੁੰਨ ਦਾਨ ਕਰ ਲਓ, ਚਾਹੇ ਜੋ ਮਰਜ਼ੀ ਕਰ ਲਓ, ਪਰ ਗੁਰਬਾਣੀ ਨੇ ਫੈਸਲਾ ਕੀਤਾ ਕਿ ਪੂਰੇ ਗੁਰ ਬਿਨ ਮੁਕਤ ਨਾ ਹੋਈ। ਪੂਰੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਅਤੇ ਪੂਰੇ ਗੁਰੂ ਨੂੰ ਪਾਉਣ ਵਾਸਤੇ ਫਿਰ ਸਾਨੂੰ ਵੀ ਪੂਰਨ ਬਣਨਾ ਪੈਂਦਾ, ਉਹਦੀ ਦਸੀ ਮਰਜ਼ਾਦਾ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ, ਤਾਂ ਫਿਰ ਹੀ ਸਾਡਾ ਲੋਕ ਅਤੇ ਪਰਲੋਕ ਸਹੇਲਾ ਹੋ ਸਕਦਾ ਹੈ। ਸੋ ਦਾਸ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।